ਹੁਣ ਤੱਕ ਤੁਸੀਂ ਪੜ੍ਹਿਆ ਕਿ ਜਦੋਂ ਸੁਦਾ ਛੱਤ ਤੋਂ ਹੇਠਾਂ ਆਈ ਤਾਂ ਉਹ ਬੁਝੀ ਬੁਝੀ ਜਿਹੀ ਲੱਗ ਰਹੀ ਸੀ। ਜਦੋਂ ਮੈਂ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਜਿਵੇਂ ਹੀ ਉਹ ਕੁਝ ਦੱਸਣ ਲੱਗੀ ਤਾਂ ਰਜਤ ਆ ਗਿਆ ਤੇ ਉਸਨੇ ਝਿੜਕ ਕੇ ਸੁਦਾ ਨੂੰ ਕਮਰੇ ਜਾਣ ਨੂੰ ਕਿਹਾ। ਸੁਦਾ ਰਜਤ ਦੀ ਗੱਲ ਸੁਣ ਕੇ ਕਮਰੇ ਚਲੀ ਗਈ। ਮੈਨੂੰ ਰਜਤ ਦਾ ਇਹ ਰਵੱਈਆ ਬਿਲਕੁਲ ਚੰਗਾ ਨਾ ਲੱਗਿਆ, ਪਰ ਮੈਂ ਕੀ ਕਰ ਸਕਦੀ ਸੀ। ਮੈਂ ਨਾਸ਼ਤਾ ਬਣਾਉਣ ਲੱਗੀ ਤਾਂ ਮੈਨੂੰ ਰਜਤ ਦੀ ਗੱਲ ਸੁਣਾਈ ਦਿੱਤੀ। ਉਹ ਸੁਦਾ ਨੂੰ ਝਿੜਕ ਕੇ ਕਹਿਣ ਲੱਗਿਆ ਕਿ ਸੁਦਾ, ਤੂੰ ਮੇਰੀ ਇੱਕ ਗੱਲ ਯਾਦ ਰੱਖੀ, ਸਾਡੇ ਦੋਵਾਂ ਪਤੀ ਪਤਨੀ ਵਿਚਕਾਰ ਜੋ ਕੁਝ ਵੀ ਹੈ ਸਾਡੇ ਦੋਵਾਂ ਦੇ ਵਿਚਕਾਰ ਹੀ ਰਹਿਣਾ ਚਾਹੀਦਾ ਹੈ। ਮੈਂ ਤੈਨੂੰ ਇਸ ਗੱਲ ਦੀ ਬਿਲਕੁਲ ਇਜਾਜ਼ਤ ਨਹੀਂ ਦਿੰਦਾ ਕਿ ਤੂੰ ਮੇਰੀਆਂ ਪਰਸਨਲ ਗੱਲਾਂ ਮੇਰੀ ਮਾਂ ਨਾਲ ਸ਼ੇਅਰ ਕਰੇ। ਤੂੰ ਇਹ ਨਾ ਸਮਝੀ ਕਿ ਮੈਂ ਘਰੋਂ ਬਾਹਰ ਚਲਾ ਜਾਵਾਂਗਾ ਤਾਂ ਮੈਨੂੰ ਪਤਾ ਨਹੀਂ ਲੱਗੇਗਾ ਕਿ ਤੂੰ ਮੇਰੀ ਮਾਂ ਨੂੰ ਕੀ ਦੱਸਿਆ ਹੈ। ਜੇਕਰ ਮੈਨੂੰ ਕੁਝ ਵੀ ਐਸਾ ਵੈਸਾ ਪਤਾ ਲੱਗਿਆ ਤਾਂ ਮੈਂ ਤੈਨੂੰ ਛੱਡ ਦੇਵਾਂਗਾ। ਮੈਂ ਤਾਂ ਰਜਤ ਦੀਆਂ ਗੱਲਾਂ ਸੁਣ ਕੇ ਹੀ ਹੈਰਾਨ ਰਹਿ ਗਈ ਸੀ। ਮੈਂ ਥੋੜੀ ਦੇਰ ਬਾਅਦ ਖੰਗੂਰਾ ਮਾਰ ਕੇ ਉਹਨਾਂ ਦੇ ਕਮਰੇ ਚਲੀ ਗਈ। ਮੇਰੇ ਸਾਹਮਣੇ ਰਜਤ ਬਿਲਕੁਲ ਨਾਰਮਲ ਸੀ, ਸਗੋਂ ਸੁਦਾ ਨਾਲ ਵੀ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ। ਉਹਨਾਂ ਦੋਵਾਂ ਨੂੰ ਨਾਸ਼ਤਾ ਦੇ ਕੇ ਮੈਂ ਕਮਰੇ 'ਚੋਂ ਬਾਹਰ ਆ ਗਈ ਤੇ ਸੋਚਣ ਲੱਗੀ ਕਿ ਪਤਾ ਨਹੀਂ ਰਜਤ ਦੇ ਪਾਲਣ ਪੋਸ਼ਣ 'ਚ ਮੈਂ ਕਿਹੜੀ ਗਲਤੀ ਕਰ ਦਿੱਤੀ। ਉਸ ਦਿਨ ਬੀਤੇ ਤਾਂ ਸੁਦਾ ਆਖਣ ਲੱਗੀ ਕਿ ਮੈਂ ਘਰ ਦੇ ਕੰਮ ਕਰਨਾ ਚਾਹੁੰਦੀ ਹਾਂ। ਮੈਂ ਇਸ ਵਾਰ ਜ਼ਿਆਦਾ ਨਾ ਨੁੱਕਰ ਨਾ ਕੀਤੀ ਤੇ ਰਸਮ ਅਨੁਸਾਰ ਉਸ ਦੇ ਹੱਥੋਂ ਖੀਰ ਬਣਵਾਈ ਤੇ ਰਸੋਈ 'ਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ। ਇੱਕ ਦਿਨ ਮੈਂ ਸੁਦਾ ਨਾਲ ਰਸੋਈ 'ਚ ਕੰਮ ਕਰ ਰਹੀ ਸੀ ਤਾਂ ਮੈਂ ਉਸ ਦੇ ਚਿਹਰੇ ਨੂੰ ਬਹੁਤ ਗੌਰ ਨਾਲ ਦੇਖਿਆ। ਉਸ ਦਾ ਚਿਹਰਾ ਮੈਨੂੰ ਮੁਰਝਾਇਆ ਜਿਹਾ ਲੱਗ ਰਿਹਾ ਸੀ। ਅੱਖਾਂ ਦੇ ਹੇਠਾਂ ਡੂੰਘੇ ਨਿਸ਼ਾਨ ਪੈ ਗਏ ਸਨ। ਉਸ ਦਾ ਚਿਹਰਾ ਥੱਕਿਆ ਥੱਕਿਆ ਲੱਗ ਰਿਹਾ ਸੀ। ਮੇਰੇ ਘਰ 'ਚ ਹਰ ਚੀਜ਼ ਮੌਜੂਦ ਸੀ, ਖਾਣ ਪੀਣ ਦੀ ਕੋਈ ਕਮੀ ਨਹੀਂ ਸੀ, ਪਰ ਸੁਦਾ ਮੇਰੇ ਘਰ ਆ ਕੇ ਕਮਜ਼ੋਰ ਹੋ ਗਈ ਸੀ। ਇਸ ਤੋਂ ਵੀ ਚੰਗੀ ਉਹ ਆਪਣੀ ਗਰੀਬੀ ਸੀ, ਜਿੱਥੇ ਉਸ ਦੀ ਮਾਂ ਮੰਗ ਮੰਗ ਕੇ ਆਪਣੇ ਬੱਚਿਆਂ ਦਾ ਪੇਟ ਭਰਦੀ ਸੀ। ਅੱਜ ਰਜਤ ਵੀ ਦਫ਼ਤਰ ਗਿਆ ਹੋਇਆ ਸੀ, ਇਸ ਲਈ ਮੈਂ ਸੋਚਿਆ ਕਿ ਮੈਂ ਸੁਦਾ ਤੋਂ ਪੁੱਛਦੀ ਹਾਂ ਕਿ ਉਸ ਨੂੰ ਇਸ ਘਰ 'ਚ ਕਿਸ ਚੀਜ਼ ਦੀ ਕਮੀ ਹੈ, ਉਹ ਕਿਉਂ ਪਰੇਸ਼ਾਨ ਰਹਿੰਦੀ ਹੈ। ਮੈਂ ਉਸ ਨੂੰ ਕਿਹਾ ਕਿ ਬੇਟਾ, ਕੀ ਤੂੰ ਪੇਟ ਭਰ ਕੇ ਖਾਣਾ ਨਹੀਂ ਖਾਂਦੀ, ਕਿ ਤੈਨੂੰ ਮੇਰੇ ਹੱਥ ਦਾ ਖਾਣਾ ਚੰਗਾ ਨਹੀਂ ਲੱਗਦਾ। ਉਸਨੇ ਨਾਚ ਸਿਰ ਹਿਲਾਇਆ ਤੇ ਇਸ਼ਾਰਿਆਂ 'ਚ ਦੱਸਣ ਲੱਗੀ ਕਿ ਅਜਿਹਾ ਕੁਝ ਵੀ ਨਹੀਂ ਹੈ, ਮੈਂ ਪੇਟ ਭਰ ਕੇ ਖਾਂਦੀ ਹਾਂ ਤੇ ਤੁਸੀਂ ਬਹੁਤ ਹੀ ਵਧੀਆ ਖਾਣਾ ਬਣਾਉਂਦੇ ਹੋ। ਮੈਂ ਕਿਹਾ ਕਿ ਜਦੋਂ ਤੇਰੀ ਮਾਂ ਮੈਨੂੰ ਪੁੱਛੇਗੀ ਕਿ ਮੇਰੀ ਬੇਟੀ ਇੰਨੀ ਕਮਜ਼ੋਰ ਕਿਉਂ ਹੋ ਗਈ ਹੈ ਤਾਂ ਮੈਂ ਉਸ ਨੂੰ ਕੀ ਜਵਾਬ ਦੇਵਾਂਗੀ। ਸੁਦਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਸਨ। ਉਸਨੇ ਮੈਨੂੰ ਇਸ਼ਾਰਿਆਂ ਨਾਲ ਦੱਸਿਆ ਕਿ ਉਸ ਨੂੰ ਰਜਤ ਤੋਂ ਡਰ ਲੱਗਦਾ ਹੈ। ਉਸ ਦੀ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ। ਮੈਂ ਕਿਹਾ ਕਿ ਕਿਉਂ, ਰਜਤ ਤੋਂ ਤੈਨੂੰ ਕਿਉਂ ਡਰ ਲੱਗਦਾ ਹੈ? ਉਸਨੇ ਤੈਨੂੰ ਕੁਝ ਕਿਹਾ ਹੈ? ਸੁਦਾ ਇੱਕਦਮ ਉੱਚੀ ਉੱਚੀ ਰੋਣ ਲੱਗੀ ਤੇ ਮੇਰੇ ਸੀਨੇ ਨਾਲ ਲੱਗ ਗਈ। ਉਸ ਬੱਚੀ ਦੀ ਇਹ ਹਾਲਤ ਮੈਥੋਂ ਦੇਖੀ ਨਹੀਂ ਜਾ ਰਹੀ ਸੀ। ਮੈਂ ਕਿਹਾ ਕਿ ਗੱਲ ਕੀ ਹੈ ਸੁਦਾ, ਮੈਨੂੰ ਖੁੱਲ੍ਹ ਕੇ ਦੱਸ, ਮੈਂ ਰਜਤ ਦੀ ਖਬਰ ਲਵਾਂਗੀ। ਉਸਨੇ ਮੇਰੇ ਸਾਹਮਣੇ ਹੱਥ ਜੋੜ ਦਿੱਤੇ ਤੇ ਮੈਨੂੰ ਸਮਝਾਉਣ ਲੱਗੀ ਕਿ ਤੁਸੀਂ ਇਸ ਗੱਲ ਦਾ ਜ਼ਿਕਰ ਰਜਤ ਕੋਲ ਬਿਲਕੁਲ ਨਾ ਕਰਿਓ, ਨਹੀਂ ਤਾਂ ਉਹ ਮੇਰੇ ਤੇ ਗੁੱਸਾ ਕਰੇਗਾ। ਮੈਂ ਹਮਦਰਦੀ ਦਿਖਾਉਂਦਿਆਂ ਉਸ ਨੂੰ ਸਮਝਾਇਆ ਕਿ ਤੂੰ ਬੇਫਿਕਰ ਰਹਿ, ਮੈਂ ਰਜਤ ਨੂੰ ਕੁਝ ਵੀ ਨਹੀਂ ਦੱਸਾਂਗੀ। ਪਰ ਉਸ ਤੋਂ ਬਾਅਦ ਮੈਂ ਸੁਦਾ ਤੋਂ ਜ਼ਿਆਦਾ ਪੁੱਛਗਿੱਛ ਨਹੀਂ ਕੀਤੀ, ਕਿਉਂਕਿ ਉਹ ਪਹਿਲਾਂ ਤੋਂ ਹੀ ਡਰੀ ਹੋਈ ਸੀ। ਸ਼ਾਮ ਨੂੰ ਜਦੋਂ ਰਜਤ ਦਫ਼ਤਰ ਤੋਂ ਆਇਆ ਤਾਂ ਮੈਂ ਦੋਵਾਂ ਨੂੰ ਗੌਰ ਨਾਲ ਦੇਖਣ ਲੱਗੀ ਤਾਂ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਕਿ ਇਹਨਾਂ ਦੋਵਾਂ 'ਚ ਕੁਝ ਤਾਂ ਜ਼ਰੂਰ ਹੈ। ਸੁਦਾ ਦੀ ਹਾਲਤ ਦੇਖ ਕੇ ਮੈਂ ਸੋਚ ਲਿਆ ਸੀ ਕਿ ਅੱਜ ਮੈਂ ਇਸ ਰਾਜ਼ ਤੋਂ ਪਰਦਾ ਹਟਾ ਕੇ ਰਹਾਂਗੀ। ਰਾਤ ਹੋਈ ਤਾਂ ਰਜਤ ਤੇ ਸੁਦਾ ਛੱਤ ਤੇ ਸੌਣ ਚਲੇ ਗਏ। ਉਹਨਾਂ ਦੋਵਾਂ ਦੇ ਛੱਤ ਤੇ ਜਾਂਦੇ ਹੀ ਮੈਂ ਸੋਚਣ ਲੱਗੀ ਕਿ ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਣਾ ਹੈ ਕਿ ਆਖਰ ਗੱਲ ਕੀ ਹੈ। ਮੈਂ ਹੌਲੀ ਹੌਲੀ ਕਰਕੇ ਪੌੜੀਆਂ ਚੜ੍ਹਨ ਲੱਗੀ, ਪਰ ਛੱਤ ਤੇ ਪਹੁੰਚਦੇ ਹੀ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੇਰਾ ਦਿਲ ਕੰਬ ਗਿਆ। ਛੱਤ ਤੇ ਇੱਕ ਵੱਡਾ ਸਾਰਾ ਕਮਰਾ ਸੀ। ਮੈਂ ਉਸ ਕਮਰੇ ਦੀ ਖਿੜਕੀ 'ਚੋਂ ਦੇਖਣ ਲੱਗੀ ਤਾਂ ਦੇਖਿਆ ਕਿ ਰਜਤ ਤੇ ਸੁਦਾ ਉਸ ਕਮਰੇ 'ਚ ਬੈਠੇ ਸਨ। ਰਜਤ ਆਪਣੇ ਸਾਹਮਣੇ ਸੁਦਾ ਨੂੰ ਬਿਠਾ ਕੇ ਮੱਚਦੀ ਹੋਈ ਅੱਗ 'ਚ ਕੁਝ ਪਾ ਕੇ ਮੰਤਰ ਪੜ੍ਹ ਰਿਹਾ ਸੀ। ਉਹਨਾਂ ਦੋਵਾਂ ਨੂੰ ਦੇਖ ਕੇ ਮੈਨੂੰ ਸਭ ਸਮਝ ਆ ਗਿਆ ਕਿ ਆਖਰ ਗੱਲ ਕੀ ਹੈ, ਕਿਉਂਕਿ ਇਹ ਅੰਧ ਵਿਸ਼ਵਾਸ ਦੀ ਗੱਲ ਸੀ। ਸ਼ਾਇਦ ਮੇਰਾ ਬੇਟਾ
ਅੰਧ ਵਿਸ਼ਵਾਸ 'ਚ ਫਸ ਚੁੱਕਾ ਸੀ ਤੇ ਮੈਂ ਆਪਣੀ ਬਹੂ ਤੇ ਬੇਟੇ ਦੋਵਾਂ ਨੂੰ ਬਚਾਉਣਾ ਸੀ। ਪਰ ਮੈਂ ਬੁੱਢੀ ਔਰਤ ਕੀ ਕਰ ਸਕਦੀ ਸੀ। ਰਜਤ ਤਾਂ ਉਂਝ ਹੀ ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਮੈਂ ਹੌਲੀ ਦਿਨੇ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਸਾਰਾ ਮਾਮਲਾ ਸਮਝਾ ਦਿੱਤਾ। ਰਜਤ ਨੇ ਆਪਣੇ ਕੋਲ ਇੱਕ ਵੱਡਾ ਸਾਰਾ ਚਾਕੂ ਰੱਖਿਆ ਹੋਇਆ ਸੀ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਸੁਦਾ ਦੀ ਬਲੀ ਦੇਣ ਵਾਲਾ ਹੈ। ਮੈਂ ਤਾਂ ਹੱਥ ਜੋੜ ਕੇ ਬਸ ਇਹੀ ਦੁਆ ਕਰ ਰਹੀ ਸੀ ਕਿ ਪੁਲਿਸ ਛੇਤੀ ਤੋਂ ਛੇਤੀ ਆ ਜਾਵੇ, ਕਿਉਂਕਿ ਮੇਰੀਆਂ ਇਹਨਾਂ ਬੁੱਢੀਆਂ ਹੱਡੀਆਂ 'ਚ ਇੰਨੀ ਜਾਨ ਨਹੀਂ ਸੀ ਕਿ ਮੈਂ ਰਜਤ ਨੂੰ ਇਹ ਸਭ ਕਰਨ ਤੋਂ ਰੋਕ ਸਕਦੀ। ਕੁਝ ਦੇਰ ਬਾਅਦ ਤੁਰੰਤ ਪੁਲਿਸ ਆ ਗਈ ਤਾਂ ਉਹਨਾਂ ਫੋਨ ਕੀਤਾ। ਮੈਂ ਹੌਲੀ ਦਿਨੇ ਦਰਵਾਜ਼ਾ ਖੋਲ੍ਹਿਆ ਤਾਂ ਪੁਲਿਸ ਤੁਰੰਤ ਛੱਤ ਵਾਲੇ ਕਮਰੇ ਕੋਲ ਪਹੁੰਚੀ, ਪਰ ਦਰਵਾਜ਼ਾ ਅੰਦਰੋਂ ਬੰਦ ਸੀ। ਰਜਤ ਹੁਣ ਸੁਦਾ ਦੀ ਬਲੀ ਦੇਣ ਹੀ ਵਾਲਾ ਸੀ ਕਿ ਉਦੋਂ ਹੀ ਪੁਲਿਸ ਨੇ ਰਜਤ ਨੂੰ ਗੰਦ ਦਿਖਾਉਂਦੇ ਹੋਏ ਕਿਹਾ ਕਿ ਰਜਤ ਛੇਤੀ ਤੋਂ ਛੇਤੀ ਦਰਵਾਜ਼ਾ ਖੋਲ੍ਹੋ, ਨਹੀਂ ਤਾਂ ਅਸੀਂ ਤੈਨੂੰ ਜਾਨ ਤੋਂ ਮਾਰ ਦਿਆਂਗੇ। ਰਜਤ ਦਰਵਾਜ਼ਾ ਨਹੀਂ ਖੋਲ੍ਹਣਾ ਚਾਹੁੰਦਾ ਸੀ। ਉਸਨੇ ਕਿਹਾ ਕਿ ਨਹੀਂ, ਮੈਂ ਅਜਿਹਾ ਕੁਝ ਨਹੀਂ ਕਰਨ ਵਾਲਾ, ਕਿਉਂਕਿ ਮੈਨੂੰ ਕੁਝ ਨਹੀਂ ਹੋਵੇਗਾ। ਤੁਸੀਂ ਗੋਲੀ ਚਲਾਓ, ਮੈਨੂੰ ਕੋਈ ਫਰਕ ਨਹੀਂ ਪਵੇਗਾ। ਰਜਤ ਦੀਆਂ ਗੱਲਾਂ ਤੋਂ ਅਸੀਂ ਬਹੁਤ ਹੈਰਾਨ ਹੋਏ। ਪੁਲਿਸ ਰਜਤ ਨੂੰ ਗੱਲਾਂ 'ਚ ਉਲਝਾ ਰਹੀ ਸੀ ਤੇ ਪੁਲਿਸ ਦੀ ਦੂਜੀ ਟੀਮ ਦਰਵਾਜ਼ਾ ਖੋਲ੍ਹਣ 'ਚ ਲੱਗੀ ਹੋਈ ਸੀ। ਕੁਝ ਹੀ ਦੇਰ ਬਾਅਦ ਦਰਵਾਜ਼ਾ ਖੋਲ੍ਹਣ 'ਚ ਅਸੀਂ ਕਾਮਯਾਬ ਹੋ ਗਏ। ਪੁਲਿਸ ਅੰਦਰ ਗਈ ਤੇ ਰਜਤ ਨੂੰ ਫੜ ਲਿਆ। ਮੈਂ ਆਪਣੀ ਬਹੂ ਸੁਦਾ ਕੋਲ ਗਈ ਤਾਂ ਸੁਦਾ ਮੇਰੇ ਗਲੇ ਲੱਗ ਕੇ ਉੱਚੀ ਉੱਚੀ ਰੋਣ ਲੱਗੀ। ਮੈਂ ਆਪਣੇ ਬੇਟੇ ਤੇ ਬਹੂ ਨੂੰ ਇਸ ਗੁਨਾਹ ਤੋਂ ਬਚਾ ਲਿਆ ਸੀ। ਪੁਲਿਸ ਨੇ ਜਦੋਂ ਸਖਤੀ ਨਾਲ ਰਜਤ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਰਜਤ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਮੇਰੇ ਬਿਜ਼ਨਸ 'ਚ ਘਾਟਾ ਪੈ ਰਿਹਾ ਸੀ, ਇਸ ਲਈ ਮੈਂ ਬਹੁਤ ਪਰੇਸ਼ਾਨ ਸੀ, ਪਰ ਮੇਰੀ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਮਿਲ ਰਿਹਾ ਸੀ। ਇੱਕ ਦਿਨ ਮੇਰੇ ਇੱਕ ਦੋਸਤ ਨੇ ਮੈਨੂੰ ਇੱਕ ਬਾਬੇ ਕੋਲ ਜਾਣ ਨੂੰ ਕਿਹਾ। ਜਦੋਂ ਮੈਂ ਬਾਬੇ ਕੋਲ ਗਿਆ ਤਾਂ ਉਸ ਬਾਬੇ ਨੇ ਪੁੱਛਿਆ ਕਿ ਤੇਰਾ ਵਿਆਹ ਹੋ ਗਿਆ ਹੈ? ਮੈਂ ਨਹੀਂ ਕਿਹਾ। ਤਾਂ ਉਹ ਬਾਬੇ ਨੇ ਕਿਹਾ ਕਿ ਛੇਤੀ ਤੋਂ ਛੇਤੀ ਵਿਆਹ ਕਰ ਲੈ ਤੇ ਆਪਣੀ ਨਵ ਵਿਆਹੀ ਲਾੜੀ ਨੂੰ ਆਪਣੇ ਸਾਹਮਣੇ ਬਿਠਾ ਕੇ ਇੱਕ ਮੰਤਰ ਪੜ੍ਹੀ ਤੇ ਇੱਕ ਹਫ਼ਤੇ ਦੀ ਪੂਜਾ ਤੋਂ ਬਾਅਦ ਉਸ ਦੀ ਬਲੀ ਦੇ ਦੇਵੀਂ। ਇਸ ਨਾਲ ਤੇਰੇ ਸਾਰੇ ਵਿਗੜੇ ਕੰਮ ਬਣ ਜਾਣਗੇ ਤੇ ਤੂੰ ਹੌਲੀ ਹੌਲੀ ਬਹੁਤ ਪੈਸੇ ਵਾਲਾ ਬਣ ਜਾਵੇਂਗਾ। ਪਰ ਇਹ ਕੰਮ ਬਹੁਤ ਮੁਸ਼ਕਿਲ ਸੀ, ਕਿਉਂਕਿ ਕਿਸੇ ਵੀ ਲੜਕੀ ਨਾਲ ਮੈਂ ਵਿਆਹ ਕਰਦਾ ਤਾਂ ਉਹ ਇਹ ਸਭ ਮੇਰੀ ਮਾਂ ਨੂੰ ਦੱਸ ਦਿੰਦੀ। ਇਸ ਲਈ ਮੈਂ ਗੂੰਗੀ ਲੜਕੀ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ, ਕਿਉਂਕਿ ਉਹ ਮੇਰੇ ਤੇ ਆਪਣੇ ਵਿੱਚ ਦੀਆਂ ਗੱਲਾਂ ਕਿਸੇ ਨੂੰ ਨਹੀਂ ਦੱਸ ਸਕਦੀ ਸੀ। ਅੱਜ ਆਖਰੀ ਦਿਨ ਸੀ। ਅੱਜ ਮੈਂ ਸੁਦਾ ਦੀ ਬਲੀ ਦੇਣ ਵਾਲਾ ਸੀ, ਪਰ ਮੌਕੇ ਤੇ ਤੁਸੀਂ ਪਹੁੰਚ ਗਏ। ਰਜਤ ਦੇ ਮੂੰਹੋਂ ਇਹ ਸਭ ਸੁਣਨ ਤੋਂ ਬਾਅਦ ਮੈਂ ਉਸ ਨੂੰ ਇੱਕ ਥੱਪੜ ਮਾਰਿਆ ਤੇ ਕਿਹਾ ਕਿ ਮੇਰੇ ਪਾਲਣ ਪੋਸ਼ਣ 'ਚ ਕਿੱਥੇ ਕਮੀ ਰਹਿ ਗਈ ਸੀ ਕਿ ਤੂੰ ਇੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਅੰਧ ਵਿਸ਼ਵਾਸ 'ਚ ਫਸ ਗਿਆ। ਕਾਫੀ ਪੁੱਛਗਿੱਛ ਤੋਂ ਬਾਅਦ ਰਜਤ ਨੇ ਉਸ ਬਾਬੇ ਦਾ ਪਤਾ ਦੱਸਿਆ ਤਾਂ ਪੁਲਿਸ ਨੇ ਉਸ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਤੇ ਰਜਤ ਨੂੰ ਇੱਕ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਨੂੰ ਦਿਖਾਇਆ ਗਿਆ। ਡਾਕਟਰ ਨੇ ਰਜਤ ਨੂੰ ਕੁਝ ਦਿਨਾਂ ਤੱਕ ਹਸਪਤਾਲ 'ਚ ਰਹਿਣ ਨੂੰ ਕਿਹਾ। ਮੈਂ ਇਜਾਜ਼ਤ ਦੇ ਦਿੱਤੀ ਤੇ ਉਸ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਇਹ ਤੰਤਰ ਮੰਤਰ ਜਾਦੂ ਟੋਣਾ ਕੁਝ ਵੀ ਨਹੀਂ ਹੁੰਦਾ ਤੇ ਕਿਸੇ ਦੀ ਬਲੀ ਦੇਣ ਨਾਲ ਕੋਈ ਵੀ ਇਨਸਾਨ ਅਮੀਰ ਨਹੀਂ ਹੋ ਸਕਦਾ। ਰਜਤ ਦਾ ਕੁਝ ਦਿਨਾਂ ਤੱਕ ਇਲਾਜ ਚੱਲਿਆ। ਹੌਲੀ ਹੌਲੀ ਰਜਤ ਦੇ ਵਿਵਹਾਰ 'ਚ ਬਦਲਾਅ ਆਉਣ ਲੱਗਿਆ ਤੇ ਕੁਝ ਦਿਨਾਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਤੇ ਹਸਪਤਾਲ ਤੋਂ ਬਾਹਰ ਆ ਗਿਆ। ਮੈਂ ਮਾਲਤੀ ਨੂੰ ਬੁਲਾ ਕੇ ਰਜਤ ਤੇ ਸੁਦਾ ਦਾ ਕਮਰਾ ਫੁੱਲਾਂ ਨਾਲ ਸਜਾਇਆ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਬੇਟੇ ਨੇ ਇਸ ਅੰਧ ਵਿਸ਼ਵਾਸ ਦੇ ਚੱਕਰ 'ਚ ਆਪਣੀ ਪਤਨੀ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵੀ ਨਹੀਂ ਕੀਤੀ ਹੋਵੇਗੀ। ਸੁਦਾ ਨੂੰ ਤਿਆਰ ਕੀਤਾ ਤੇ ਰਜਤ ਦੇ ਕਮਰੇ 'ਚ ਬਿਠਾ ਦਿੱਤਾ। ਕੁਝ ਦੇਰ ਬਾਅਦ ਰਜਤ ਸੁਦਾ ਦੇ ਕਮਰੇ 'ਚ ਗਿਆ, ਪਰ ਮੈਨੂੰ ਅਜੇ ਵੀ ਡਰ ਲੱਗ ਰਿਹਾ ਸੀ ਕਿ ਕਿਤੇ ਰਜਤ ਦੇ ਦਿਮਾਗ 'ਚ ਅਜੇ ਵੀ ਅੰਧ ਵਿਸ਼ਵਾਸ ਨਾ ਭਰਿਆ ਹੋਵੇ। ਅੱਜ ਮੈਨੂੰ ਪਤਾ ਲੱਗਿਆ ਕਿ ਇੱਕ ਮਾਂ ਨੂੰ ਆਪਣੇ ਬੱਚਿਆਂ ਦਾ ਘਰ ਵਸਾਉਣ ਲਈ ਕਿਹੜੇ ਹਾਲਾਤਾਂ 'ਚੋਂ ਲੰਘਣਾ ਪੈਂਦਾ ਹੈ। ਮੈਂ ਮਜਬੂਰ ਹੋ ਕੇ ਉਹਨਾਂ ਦੋਵਾਂ ਦੇ ਕਮਰੇ ਦੇ ਦਰਵਾਜ਼ੇ ਕੋਲ ਗਈ, ਕਿਉਂਕਿ ਮੈਨੂੰ ਡਰ ਸੀ ਕਿ ਰਜਤ ਕਿਤੇ ਸੁਦਾ ਨੂੰ ਪਰੇਸ਼ਾਨ ਨਾ ਕਰ ਰਿਹਾ ਹੋਵੇ, ਪਰ ਅਜਿਹਾ ਕੁਝ ਨਹੀਂ ਸੀ। ਮੈਨੂੰ ਮਹਿਸੂਸ ਹੋਇਆ ਕਿ ਰਜਤ ਤੇ ਸੁਦਾ ਬਹੁਤ ਖੁਸ਼ ਸਨ। ਅਗਲੀ ਸਵੇਰ ਸੁਦਾ ਜਦੋਂ ਬਾਹਰ ਆਈ ਤਾਂ ਉਸ ਦੇ ਚਿਹਰੇ ਤੇ ਪਿਆਰ ਭਰੀ ਮੁਸਕਰਾਹਟ ਸੀ।
ਰਜਤ ਤੇ ਸੁਦਾ ਦੀ ਖੁਸ਼ੀ ਦੇਖ ਕੇ ਮੈਂ ਉਹਨਾਂ ਦੋਵਾਂ ਨੂੰ ਪਿਆਰ ਨਾਲ ਗਲੇ ਲਾ ਲਿਆ। ਰਜਤ ਦੇ ਵਿਆਹ ਤੋਂ ਬਾਅਦ ਮੈਨੂੰ ਲੱਗ ਰਿਹਾ ਸੀ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਈ, ਪਰ ਅਜਿਹਾ ਨਹੀਂ ਹੈ। ਇੱਕ ਮਾਂ ਆਪਣੇ ਬੱਚਿਆਂ ਦੀ ਜ਼ਿੰਮੇਵਾਰੀਆਂ ਤੋਂ ਉਦੋਂ ਤੱਕ ਆਜ਼ਾਦ ਨਹੀਂ ਹੁੰਦੀ ਜਦੋਂ ਤੱਕ ਉਸਦੇ ਬੱਚੇ ਆਪਣੀ ਜ਼ਿੰਦਗੀ 'ਚ ਪੂਰੀ ਤਰ੍ਹਾਂ ਖੁਸ਼ ਨਾ ਹੋਣ। ਦੋਸਤੋ, ਤੁਹਾਨੂੰ ਸਾਡੀ ਇਹ ਕਹਾਣੀ ਕਿੱਦਾਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।